ਦਰਦਮੰਦਾਂ ਦੀਆਂ ਆਹੀ ਪੁਸਤਕ ਦੀ ਸਵਰਨ ਕੌਰ ਬੱਲ ਦੀ ਕਹਾਣੀ ਹੈ 21 ਰਾਤਾਂ। ਸਾਡੇ ਦੇਸ਼ ਦੀ ਗੁਲਾਮੀ ਦੀਆਂ ਜ਼ੰਜੀਰਾਂ ਲੱਥੀਆਂ ਨੂੰ ਅੱਜ ਪੂਰੇ 50 ਵਰ੍ਹੇ, ਅੱਧੀ ਸਦੀ ਬੀਤ ਗਈ ਹੈ, ਪਰ ਕੁਲੈਣਾ 47 ਅਜੇ ਵੀ ਉਂਝ ਦਾ ਉਂਝ ਹੀ ਨਜ਼ਰੀ ਆ ਰਿਹਾ ਹੈ। ਚੌਧਰ ਦੀ ਭੁੱਖ ਖਾਤਰ ਪਾਈ ਬਾਂਦਰ ਵੰਡ ਨੇ ਅਸਾਂ ਔਰਤਾਂ ਦੀ ਕੀ ਤੋਂ ਕੀ ਗੱਤ ਬਣਾ ਦਿੱਤੀ, ਚੇਤੇ 'ਚੋਂ ਜਾਂਦੀ ਨਹੀਂ। ਮੇਰੀਆਂ 5 ਦੀਆਂ 5 ਭੂਆਂ ਵਾਗੇ ਵਾਲੀ ਲਹੂ ਪੀਣੀ ਲੀਕ ਤੋਂ ਪਾਰਲੇ ਬੰਨੇ ਵਿਆਹੀਆਂ ਹੋਈਆਂ ਸਨ। ਦੇਸ਼ ਦੀ ਆਜ਼ਾਦੀ ਵੇਲੇ ਜਦੋਂ ਪੰਜਾਬ ਦੀ ਹਿੱਕ ਨੂੰ ਚੀਰਿਆ ਗਿਆ ਤੇ ਸਾਰੀਆਂ ਰੋਂਦੀਆਂ ਧੋਂਦੀਆਂ ਪਿੱਟ ਪਟੇਵਾਂ ਕਰਦੀਆਂ, ਆਗੂਆਂ ਨੂੰ ਬੁਰਾ ਭਲਾ ਕਹਿੰਦੀਆਂ ਬਚੇ ਕੁਚੇ ਟੱਬਰਾਂ ਸਮੇਤ ਮਜਬੂਰੀ ਵਸ ਪੇਕੇ ਘਰ ਆ ਗਈਆਂ। ਸਾਡੀ ਹਵੇਲੀ 'ਚ ਸਾਰਾ ਦਿਨ ਲੋਹ ਲੰਗਰ ਚੱਲਦਾ ਰਹਿੰਦਾ। ਸਾਰੀ ਰਾਤ ਦੁੱਖਾਂ ਦੀਆਂ ਕਹਾਣੀਆਂ ਸੁਣਦਿਆਂ ਲੰਘ ਜਾਂਦੀ। ਕਿਸੇ ਨੂੰ ਦੰਦਲਾਂ ਤੇ ਕਿਸੇ ਹੋਰ ਨੂੰ ਡੋਬ ਪੈ ਰਹੇ ਹੁੰਦੇ। ਮਰਦ ਤਾਂ ਕੁਝ ਦਿਲ ਬੰਨ੍ਹਦੇ ਹੌਸਲਾ ਕਰਦੇ, ਪਰ ਭੂਆ ਹੋਰੀ ਮੰਦੇ ਹਾਲੀ ਬੇਹੋਸ਼ ਹੋ ਜਾਂਦੀਆਂ। ਆਪਣੇ ਭਰੇ ਭੁਕੁੰਨੇ ਵੱਡੇ ਵੱਡੇ ਘਰਾਂ ਨੂੰ ਯਾਦ ਕਰਦੀਆਂ ਉਹ ਅਕਸਰ ਹੀ ਗੁੰਮਸੁੰਮ ਹੋ ਜਾਂਦੀਆਂ। ਸਾਡੇ ਚਾਚੇ ਤਾਏ ਤੇ ਹੋਰ ਵਡੇਰੇ ਧੀਰਜ ਬਣਾਉਣ ਲਈ ਤਰਲਿਆਂ ਵਰਗੀਆਂ ਸਲਾਹਾਂ ਦਿੰਦਿਆਂ ਆਖਦੇ, ਸਬਰ ਕਰੋ, ਥੋੜੇ ਦਿਨਾਂ ਤੀਕਰ ਠੰਡ ਠੰਡੌਲਾ ਹੋ ਜਾਣਾ, ਤੁਸੀਂ ਫੇਰ ਆਪਣੇ ਘਰਾਂ ਨੂੰ ਹੀ ਪਰਤ ਜਾਣਾ। ਕੁਝ ਦਿਨ ਉਡੀਕਣ ਪਿੱਛੋਂ ਵੀ ਜਦੋਂ ਭੂਆ ਹੋਰਾਂ ਦੇ ਘਰਾਂ ਦੇ ਜੀ ਪੂਰੇ ਨਾ ਹੋਏ ਤਾਂ ਉਹਨਾਂ ਵੱਲ ਵੇਖ ਸਾਡੇ ਘਰ ਫੇਰ ਰੋਣਾ ਧੋਣਾ ਸ਼ੁਰੂ ਹੋ ਗਿਆ। ਇੱਕ ਭੂਆ ਆਂਦੀ, ਹਾਏ ਨੀ ਮੇਰਾ ਚਰਨ ਨਹੀਂ ਆਇਆ, ਨਿਰੰਜਣੋਂ ਨਹੀਂ ਪੁੱਜੀ ਤੇ ਨਾ ਹੀ ਜੀਤੋ ਦੀ ਕਿਧਰੋਂ ਕਨਸੋ ਮਿਲੀ ਏ। ਤੇ ਸਾਰੇ ਫੇਰ ਪਿਆਰ ਦਿਲਾਸੇ ਦੇ ਕੇ ਘੜੀ ਪਲ ਚੈਨ ਕਰਨ ਦੀ ਸਲਾਹ ਦਿੰਦੇ। ਮੇਰੇ ਬਾਪੂ ਨੇ ਸਾਰੀਆਂ ਨੂੰ ਵਾਰੋ ਵਾਰੀ ਹੌਸਲੇ ਦੀਆਂ ਪੁੜੀਆਂ ਵੰਡਦੇ ਰਹਿਣਾ ਤੇ ਆਖਣਾ, ਸਾਡੇ ਪਿੰਡੋਂ ਵੀ ਜਦੋਂ ਮੁਸਲਮਾਨ ਤੁਰੇ ਸਨ ਤਾਂ ਉਹ ਵੀ ਘਰਾਂ ਨੂੰ ਜੰਦਰੇ ਲਾ ਕੁੰਜੀਆਂ ਗਵਾਂਢੀ ਜੱਟਾਂ ਨੂੰ ਫੜਾ ਕੀਰਨੇ ਪਾਉਂਦੇ, ਇਹੀ ਉਹ ਆਂਦੇ ਸਨ ਕਿ ਜਦੋਂ ਵਾਪਸ ਆਵਾਂਗੇ ਤੇ ਲੈ ਜਾਵਾਂਗੇ। ਭੂਆ ਤਾਰੋ ਦੱਸਦੀ ਸੀ, ਜੀਤੋ ਤੇ ਨਿਰੰਜਨ ਕੌਰ ਚਰਨ ਨੂੰ ਵੇਖਣ ਬਾਹਰ ਨਿਕਲੀਆਂ ਸਨ ਤੇ ਉਸ ਦਿਨ ਜੜ੍ਹਾਂ ਵਾਲੇ ਕੈਂਪ 'ਚ ਬਹੁਤ ਕਤਲਾਮ ਹੋਇਆ ਸੀ। ਉਹ ਵੀ ਚਰਨ ਦੇ ਨਾਲ ਹੀ ਮੌਤ ਦੀ ਲਪੇਟ 'ਚ ਆ ਗਈਆਂ ਹੋਣਗੀਆਂ। ਤੇ ਕੈਂਪ ਤੋਂ ਤੁਰਨ ਲੱਗਿਆਂ ਵੀਰ ਚਰਨ ਦੇ ਮੁਸਲਮਾਨ ਦੋਸਤ ਨੇ ਰੋਂਦਿਆਂ ਭੂਆ ਨੂੰ ਦੱਸਿਆ ਸੀ, ਤਾਈ ਮੈਂ ਚੰਨ ਦੀ ਲਾਸ਼ ਨੂੰ ਪਿੰਡ ਲੈ ਗਿਆ ਸਾਂ, ਬਾਲਣ ਪਾ ਕੇ ਸਾੜ ਆਇਆ ਵਾਂ। ਪਰ ਵੱਡੀ ਭੂਆ ਪ੍ਰਸੰਨੋ ਨੂੰ ਸੱਚ ਨਹੀਂ ਸੀ ਆਉਂਦਾ। ਉਹ ਹਰ ਵੇਲੇ ਇਹੋ ਸੋਚ ਕੇ ਆਪਣੇ ਆਪ ਨੂੰ ਠੁੰਮਣਾ ਦੇਈ ਰੱਖਦੀ ਕਿ ਉਹਦਾ ਇੱਕੋ ਪੁੱਤ ਚਰਨ, ਜਿਹੜਾ ਫੁੱਫੜ ਦੀ ਮੌਤ ਤੋਂ 5 ਦਿਨ ਪਿੱਛੋਂ ਜੰਮਿਆ ਸੀ, ਇਸ ਦੁਨੀਆ 'ਚ ਨਹੀਂ ਰਿਹਾ। ਉਹਦੀ ਵਹੁਟੀ ਨਿਰੰਜਨ ਕੌਰ ਵੀ ਨਹੀਂ ਮਰੀ ਹੋਣੀ, ਉਹਦੀ ਭਣੇਵੀਂ ਜੀਤੋ ਵੀ ਉਹਦੇ ਨਾਲ ਹੀ ਹੋਣੀ ਹੈ। ਗਵਾਚੇ ਪੁੱਤ ਦੀ ਮਾਂ 2 ਪੋਤਿਆਂ ਤੇ 1 ਪੋਤੀ ਨੂੰ ਹਿੱਕ ਨਾਲ ਲਾ ਕੇ ਇਸੇ ਆਸ ਦੀ ਤੰਦ ਫੜ ਸੌ ਤਾਂ ਭਾਵੇਂ ਜਾਂਦੀ, ਪਰ ਹੌਕੇ ਤੇ ਹਾਵੇ ਉਹਦਾ ਪਿੱਛਾ ਕਦੀ ਨਾ ਛੱਡਦੇ। ਫਿਰ ਇੱਕ ਅਣਹੋਣੀ ਖਬਰ ਮਿਲੀ। ਡਾਕੀਆ ਆਇਆ ਤੇ ਮਾਈ ਬਿੱਸੋ ਨੂੰ ਆਵਾਜ਼ ਮਾਰ ਕੇ ਆਖਣ ਲੱਗਾ, ਮਾਤਾ ਇਹ ਖੱਤ ਤੁਹਾਡਾ ਹੀ, ਅੰਬਰਸਰੋਂ ਕੈਂਪ ਤੋਂ ਆਇਆ। ਖੱਤ ਫੜਾ ਕੇ ਡਾਕੀਆ ਚਲਾ ਗਿਆ। ਬਾਪੂ ਸਰੈਣ ਸਿੰਘ ਦੇ ਬਾਹਰੋਂ ਘਰ ਪੁੱਜਣ ਤੇ ਮਾਈ ਬਿੱਸੋ ਨੇ ਦੱਸਿਆ, ਅੰਬਰਸਰੋਂ ਕੰਪ 'ਚੋਂ ਚਿੱਠੀ ਆਈ ਏ। ਖੱਤ ਡਾਕੇ ਪਾਉਣ ਤੋਂ 2 ਮਹੀਨੇ ਅਪੜਿਆ ਸੀ ਤੇ ਬਾਪੂ ਚਿੱਠੀ ਲੈ ਕੇ ਸੂਬੇਦਾਰ ਪਾਸ਼ੇ ਕੋਲ ਪੜ੍ਹਾਉਣ ਲਈ ਗਿਆ। ਸੂਬੇਦਾਰ ਨੇ ਬਾਪੂ ਨੂੰ ਬਿਠਾ ਲਿਆ ਤੇ ਦੱਸਿਆ, ਬਾਪੂ ਜੀ ਖੱਤ ਬੀਬੀ ਤਾਰੋ ਹੋਰਾਂ ਦਾ ਹੈ। ਪਰ ਪੜ੍ਹਨ ਸਾਰੀ ਸੂਬੇਦਾਰ ਇੱਕਦਮ ਚੁੱਪ ਹੋ ਗਿਆ। ਹੌਲੀ ਹੌਲੀ ਉਹਨੇ ਬਾਪੂ ਨੂੰ ਖਬਰ ਦੱਸਣ ਦੀ ਭੂਮਿਕਾ ਬੰਨੀ ਤੇ ਆਖਣ ਲੱਗਾ, ਤਾਰੋ ਦੀ ਧੀ ਜੀਤੋ ਤੇ ਗੁਰਚਰਨ ਸਿੰਘ ਦੀ ਘਰਵਾਲੀ ਜੀਂਦੀਆਂ ਨੇ, ਉਹ ਅੰਮ੍ਰਿਤਸਰ ਕੈਂਪ ਵਿੱਚ ਨੇ। ਕੈਂਪ ਵਾਲਿਆਂ ਤੁਹਾਨੂੰ ਖੱਤ ਪਾਇਆ ਹੈ ਕਿ ਆ ਕੇ ਦੱਸੋ। ਬਾਪੂ ਸਰੈਣ ਸਿੰਘ ਤਰੇਲੀ ਹੋ ਗਿਆ। ਸੋਚਣ ਲੱਗਾ, ਦੋਤ ਨੂੰ ਤੇ ਦੋਤਰੀ ਜੋ ਅਜੇ ਕੁਵਾਰੀ ਸੀ ਕਿਸ ਹਾਲਤ 'ਚ ਹੋਣਗੀਆਂ, ਉਹਨਾਂ ਨੂੰ ਕਿੱਥੇ ਰੱਖਾਂਗੇ, ਕਿੱਥੇ ਪਾਵਾਂਗੇ, ਭਾਈਚਾਰੇ ਜੀਣ ਨਹੀਂ ਦੇਣਾ। ਬਾਪੂ ਲੰਮੀਆਂ ਸੋਚਾਂ 'ਚ ਲਮਕ ਗਿਆ। ਸੂਬੇਦਾਰ ਦੀ ਘਰ ਵਾਲੀ ਦੁੱਧ ਲੈ ਆਈ, ਪਰ ਬਾਪੂ ਨੂੰ ਦੁੱਧ ਕਿੱਥੋਂ ਲੰਘੇ, ਸਰੀਰ 'ਚ ਤੇ ਸਾਹ ਸਾਥੀ ਨਾ ਰਿਹਾ। ਬਾਪੂ ਦੀ ਹਾਲਤ ਵੇਖ ਸੂਬੇਦਾਰ ਕਹਿਣ ਲੱਗਾ, ਬਾਪੂ ਜੀ ਤੁਸੀਂ ਪਿੰਡ 'ਚ ਸਿਆਣੇ ਜੀ, ਤੁਸੀਂ ਇੱਥੇ ਨਹੀਂ ਵੇਖਿਆ, ਆਪਾਂ ਵੀ ਤਾਂ ਸਾਈਂ ਚੂੜ ਸ਼ਾਹ ਦੀਆਂ 2 ਧੀਆਂ ਮਹੀਨੇ ਪਿੱਛੋਂ ਪਾਕਿਸਤਾਨ ਵਾਲੇ ਪਾਸੇ ਘੱਲੀਆਂ ਨੇ, ਤੇ ਇਹ ਵੀ ਫੌਜ ਨੇ ਪਤਾ ਕਰਕੇ ਪਿੰਡਾਂ 'ਚੋਂ ਧੀਆਂ ਭੈਣਾਂ ਨੂੰ ਲਿਆਂਦਾ ਹੋਏਗਾ ਤੇ ਵੱਡਿਆਂ ਸ਼ਹਿਰਾਂ 'ਚ ਪਨਾਹੀਆਂ ਦੇ ਕੈਂਪ ਲੱਗਦੇ ਨੇ। ਆਪਣੇ ਪਿੰਡ ਤਾਂ ਆਪਣੇ ਸਾਕ ਸੰਬੰਧੀ ਆਏ ਨੇ, ਉੱਥੇ ਸਮਾਜ ਸੇਵੀ ਲੋਕ ਉਜੜੇ ਲੋਕਾਂ ਦੀ ਲੰਗਰ ਪਾਣੀ ਤੇ ਬਿਸਤਰਿਆਂ ਨਾਲ ਸੇਵਾ ਕਰਦੇ ਨੇ। ਹੌਸਲਾ ਕਰੋ, ਤਾਈ ਨਿਰੰਜਨ ਕੌਰ ਤੇ ਜੀਤੋ ਨੂੰ ਕੋਈ ਬੁਰਾ ਨਹੀਂ ਕਹਿ ਸਕਦਾ। ਉਹ ਤਾਂ ਦੇਸ਼ ਖਾਤਰ ਇਸ ਹਾਲਤ ਵਿੱਚ ਵਿਚਰ ਰਹੀਆਂ ਨੇ ਤੇ ਜਦੋਂ ਮਜ਼ਹਬ ਦੇ ਕੱਟੜ ਲੋਕ ਵੰਡੀਆਂ ਪਾਉਂਦੇ ਨੇ ਤਾਂ ਇਹੋ ਜਿਹੇ ਭਾਣੇ ਵਾਪਰ ਹੀ ਜਾਂਦੇ ਨੇ। ਪਤਾ ਨਹੀਂ ਅਜੇ ਕਿੰਨਾ ਚਿਰ ਹੋਰ ਇਹ ਦੁੱਖਾਂ ਦੀਆਂ ਪੰਡਾਂ ਸਿਰਾਂ ਤੇ ਰਹਿਣੀਆਂ ਨੇ। ਭਲਕੇ ਮੈਂ ਤੁਹਾਡੇ ਨਾਲ ਅੰਮ੍ਰਿਤਸਰ ਚੱਲਾਂਗਾ
ਤੁਸੀਂ ਹੁਣ ਘਰ ਜਾਓ, ਸੋਚਾਂ ਛੱਡੋ। ਘਰ ਆ ਕੇ ਬਾਪੂ ਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਤਾਰੋ ਤੇ ਪ੍ਰਸੰਨੋ ਨੂੰ ਕੀ ਦੱਸੇ। ਬਾਪੂ ਨੇ ਪਹਿਲਾਂ ਮਾਤਾ ਬਿੱਸੋ ਨੂੰ ਆਵਾਜ਼ ਮਾਰੀ, ਤਾਰੋ ਦੀ ਮਾਂ ਜਰਾ ਇੱਧਰ ਆਈ ਤੇ ਮੇਰੀ ਗੱਲ ਸੁਣੀ। ਬਿੱਸੋ ਆਈ ਤੇ ਕਹਿਣ ਲੱਗੀ, ਦੱਸੋ। ਤਾਰੋ ਦੇ ਬਾਪੂ, ਤੈਨੂੰ ਹੋਇਆ ਕੀ ਹੈ? ਤੂੰ ਤਾਂ ਖੱਟਾ ਡੱਡੂ ਵਰਗਾ ਹੋਇਆ ਪਿਆ। ਆ ਜਿਹੜੀ ਚਿੱਠੀ ਆਈ ਹੈ ਨਾ, ਇਹ ਜੀਤੋ ਤੇ ਵਹੁਟੀ ਦੀ ਏ, ਬਾਪੂ ਨੇ ਕਿਹਾ। ਸੁਣਦਿਆਂ ਸਾਰੀ ਬਿੱਸੋ ਵੀ ਗੁੰਮ ਹੋ ਗਈ। ਫਿਰ ਕੁਝ ਸੰਭਲਦਿਆਂ ਬੋਲੀ, ਇਹਨਾਂ ਇੱਜ਼ਤਾਂ ਲੁੱਟੀ ਵਾਲੀਆਂ ਨੂੰ ਕਿੱਥੇ ਪਾਵਾਂਗੇ? ਵੇ ਰੱਬਾ, ਤੂੰ ਕਿਉਂ ਨਾ ਪਰਦਾ ਪਾਤਾ? ਇਸ ਧੀ ਨੂੰ ਕਿੱਥੇ ਵਿਆਹਾਂਗੇ? ਮੈਂ ਆਨਾ ਤੂੰ ਤਾਰੋ ਤੇ ਫਿੰਨੂ ਨੂੰ ਆਵਾਜ਼ ਮਾਰ, ਬਾਪੂ ਬੋਲਿਆ। ਦੋਵੇਂ ਭੈਣਾਂ ਆਪਣੇ ਬਾਪ ਕੋਲ ਆ ਗਈਆਂ ਤੇ ਗੱਲ ਸੁਣਦਿਆਂ ਹੀ ਉਹ ਵੀ ਕਿਸੇ ਠੰਡੇ ਸੀਤ ਪਾਣੀ ਦੇ ਟੋਭੇ 'ਚ ਹੀ ਡੁੱਬ ਗਈਆਂ। ਘੁੱਟਾਂ ਵੱਟੀ ਬੈਠੀਆਂ ਡੌਰ ਭੌਰ ਹੋਈਆਂ ਆਲਾ ਦੁਆਲਾ ਵਹਿੰਦੀਆਂ ਰਹੀਆਂ ਤੇ ਮੂੰਹੋਂ ਕੁਝ ਨਹੀਂ ਕੂਈਆਂ। ਬਾਪੂ ਆਖਣ ਲੱਗਾ, ਭਲਕੇ ਸਵੇਰੇ ਮੈਂ ਸੂਬੇਦਾਰ ਨੂੰ ਲੈ ਕੇ ਸ਼ਹਿਰ ਜਾਣਾ ਹੈ। ਉਹਨੇ ਮੈਨੂੰ ਬੜੀਆਂ ਚੰਗੀਆਂ ਗੱਲਾਂ ਦੱਸੀਆਂ ਨੇ, ਮੇਰਾ ਹੌਸਲਾ ਬੰਨ੍ਹ ਦਿੱਤਾ ਤੇ ਮੈਂ ਕੁੜੀਆਂ ਨੂੰ ਲੈਣ ਚੱਲਿਆ। ਤੇ ਦੂਜੇ ਦਿਨ ਸੂਬੇਦਾਰ ਪ੍ਰਕਾਸ਼ ਸਿੰਘ ਤੇ ਬਾਪੂ ਸੁਰੈਣ ਸਿੰਘ ਪੱਟੀਓਂ ਗੱਡੀ ਚੜ੍ਹ ਕੇ ਅੰਮ੍ਰਿਤਸਰ ਪੁੱਜ ਗਏ। ਉਸ ਵੇਲੇ ਸਟੇਸ਼ਨ ਦੇ ਨੇੜੇ ਕੋਈ ਆਬਾਦੀ ਨਹੀਂ ਸੀ ਹੁੰਦੀ, ਜਿਵੇਂ ਅੱਜ ਮਕਾਨਾਂ ਤੇ ਹੋਟਲਾਂ ਦੀ ਮੰਡੀ ਲੱਗੀ ਏ। ਸਾਹਮਣੇ ਤੰਬੂ ਲੱਗੇ ਸਨ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੈਂਪ ਵਾਲਿਆਂ ਦੇ ਲੰਗਰ ਦਾ ਪ੍ਰਬੰਧ ਸੀ। ਸਿਰਫ 5 ਮਿੰਟਾਂ 'ਚ ਹੀ ਕੈਂਪ 'ਚ ਪੁੱਜ ਕੇ ਇਹਨਾਂ ਉਹ ਖੱਤ ਵਿਖਾਇਆ ਤੇ ਕੈਂਪ ਇੰਚਾਰਜ ਬੀਬੀਆਂ ਨੂੰ ਬੁਲਾਉਣ ਚਲਾ ਗਿਆ। ਉਸ ਅੰਦਰ ਜਾ ਕੇ ਜਦੋਂ ਹਾਜ਼ਰੀ ਲਾਉਣ ਵਾਲਿਆਂ ਵਾਂਗੂ ਪੁਕਾਰਿਆ, ਨਰਿੰਜਨ ਕੌਰ, ਜੀਤੋ, ਤਾਂ ਦੋਵੇਂ ਤਰਬ ਕੇ ਉੱਠੀਆਂ। ਸੇਵਾਦਾਰ ਨੇ ਕਿਹਾ, ਬੀਬੀ ਮੇਰੇ ਨਾਲ ਆਓ, ਤੁਹਾਡੇ ਵਾਰਸ ਆਏ ਨੇ। ਦੋਹਾਂ ਨਨਾਣ ਭਰਜਾਈ ਦੀਆਂ ਲੱਤਾਂ ਤੁਰਨ ਤੋਂ ਜਵਾਬ ਦੇ ਰਹੀਆਂ ਸਨ। ਸੋਚਣ ਲੱਗੀਆਂ, ਕੌਣ ਆਇਆ ਹੋਏਗਾ? ਜੀਤੋ ਕਹਿੰਦੀ, ਭਾਬੀ ਆਪਾਂ ਐਵੇਂ ਨਾਨਕਿਆਂ ਦਾ ਪਤਾ ਦੱਸਿਆ, ਦੋਵੇਂ ਕਿਸੇ ਦਿਨ ਜ਼ਹਿਰ ਖਾ ਕੇ ਮਰ ਕਿਉਂ ਨਾ ਗਈਆਂ। ਸਾਡਾ ਜੀਣਾ ਹੁਣ ਹਰਾਮ ਹੋ ਜਾਣਾ, ਸਾਰੇ ਟੱਬਰ ਲਈ ਅਸਾਂ ਵਕਤ ਬਣ ਜਾਣਾ। ਤੇ ਜਦੋਂ ਦੋਵੇਂ ਕੈਂਪ ਦੇ ਗੇਟ ਤੇ ਨੇੜੇ ਢੁਕੀਆਂ ਤਾਂ ਦੂਰੋਂ ਬਾਪੂ ਨਾਨਾ ਦਿਸਿਆ। ਸੂਬੇਦਾਰ ਦਾ ਤੇ ਉਹਨਾਂ ਨੂੰ ਪਤਾ ਨਹੀਂ ਸੀ। ਕੋਲ ਅੱਪੜ ਜੀਤੋ ਨਾਨੇ ਦੇ ਗਲ ਚੰਬੜ ਗਈ ਤੇ ਚੀਕਾਂ ਮਾਰ ਕੈਂਪ ਲਾ ਕੇ ਰੱਖ ਦਿੱਤਾ। ਨਰਿੰਜਨ ਕੌਰ ਘੁੰਡ ਕੱਢਿਆ ਸੀ, ਬਜ਼ੁਰਗ ਦੇ ਪੈਰਾਂ ਤੇ ਹੱਥ ਰੱਖ ਜ਼ਾਰੋ ਜ਼ਾਰ ਰੋਣ ਲੱਗੀ। ਨਾਲ ਖੜੋਤੇ ਸੂਬੇਦਾਰ ਨੇ ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਚੁੱਪ ਕਰਾਇਆ। ਕੈਂਪ ਦਾ ਸੇਵਾਦਾਰ ਹੌਸਲਾ ਦਿੰਦਿਆਂ ਪੁੱਛਣ ਲੱਗਾ, ਜੀ ਇਹ ਬੀਬੀਆਂ ਤੁਹਾਡੀਆਂ ਨੇ? ਜੀ ਹਾਂ, ਬਾਪੂ ਨੇ ਕਿਹਾ। ਦੋਤਰੀ ਤੇ ਦੋਹਤ ਨੂੰ ਫਾਰਮ ਭਰਵਾਇਆ, ਦਸਖਤ ਕਰਵਾਏ। ਕੈਂਪ ਵਾਲਿਆਂ ਦੋਹਾਂ ਨੂੰ ਬਾਪੂ ਨਾਲ ਤੋਰ ਦਿੱਤਾ। ਫਿਰ ਗੱਡੀ ਲਈ ਪੱਟੀ ਉਤਰੇ। 5 ਕੋ ਪੈਂਡਾ ਪੈਦਲ ਮਾਰ ਪਿੰਡ ਅੱਪੜੇ। ਘਰ ਦੀ ਦਲੀਜ਼ ਟੱਪੀ ਤਾਂ ਵਿਹੜੇ 'ਚ ਬੈਠੀ ਭੂਆ ਤਾਰੋ ਜੀਤੋ ਨੂੰ ਵੇਖ ਗਸ਼ ਖਾ ਕੇ ਧੜਾਮ ਡਿੱਗ ਗਈ। ਘਰ 'ਚ ਸਨਾਟਾ ਛਾ ਗਿਆ, ਮਾਤਮ ਪੈ ਗਿਆ। ਆਂਢੀ ਗੁਆਂਢੀ ਇਕੱਠੇ ਹੋ ਗਏ। ਸਭ ਉਹਨਾਂ ਦੋਹਾਂ ਦੇ ਗਲ ਲੱਗ ਕੇ ਰੋਏ। ਕਈ ਤੀਵੀਆਂ ਘੁਸਰ ਮੁਸਰ ਕਰਦੀਆਂ ਜੀਤੋ ਨੂੰ ਤੇ ਪਲੀਤ ਹੋਈ ਸਮਝਦੀਆਂ ਸਨ, ਪਰ ਨਿਰੰਜਨੋਂ ਬਾਰੇ ਆਖਣ, ਵਹੁਟੀ ਦੀ ਤਾਂ ਕੋਈ ਗੱਲ ਨਹੀਂ, ਵਿਆਹੀ ਵਰੀ ਧੀਆਂ ਪੁੱਤਰਾਂ ਵਾਲੀ ਸੀ, ਇਹ ਤਾਂ ਆਪਣੇ ਨਿਆਣੇ ਸਾਂਭੇਗੀ। ਇਸ ਸਿਰਮੁੰਨੀ ਜੀਤੋ ਨੂੰ ਕੀ ਕਰਨਗੇ? ਵਿੱਚੋਂ ਕੋਈ ਬੰਦਾ ਦਿਲਾਸਾ ਦਿੰਦਾ ਹੋਇਆ ਇੰਜ ਵੀ ਆਖਦਾ, ਇਹ ਕੁੜੀਆਂ ਤੇ ਦੇਸ਼ ਭਗਤ ਨੇ। ਭਾਂਤ ਸੁਭਾਂਦੀਆਂ ਗੱਲਾਂ ਹੋਣ ਲੱਗ ਪਈਆਂ। ਇੰਨੇ ਨੂੰ ਸੂਬੇਦਾਰ ਪ੍ਰਕਾਸ਼ ਸਿੰਘ ਘਰ ਜਾਣ ਲੱਗਿਆ ਕਹਿਣ ਲੱਗਾ, ਬਈ ਸਾਰੇ ਗੱਲ ਸੁਣ ਲਓ, ਇਹ ਦੋਵੇਂ ਬੀਬੀਆਂ ਬਹੁਤ ਬਹਾਦਰ ਨੇ। ਇਹ ਗੱਲ ਸਾਨੂੰ ਕੈਂਪ ਵਾਲਿਆਂ ਦੱਸੀਏ। ਬਹੁਤੀਆਂ ਵਾਧੂ ਘਾਟੂ ਗੱਲਾਂ ਨਾ ਕਰੋ, ਦੁੱਖਾਂ ਦੀਆਂ ਘੜੀਆਂ ਰਲ ਮਿਲ ਕੇ ਕੱਟੋ। ਹੁਣ ਹੋਰ ਤੇ ਕੋਈ ਚਾਰਾ ਨਹੀਂ, ਅਜੇ ਤਾਂ ਹੌਸਲਾ ਕਰਨ ਦੀ ਲੋੜ ਆ। ਕਦੋਂ ਘਰ ਘਾਟ ਬਣੇ, ਮੁਰੱਬੇ ਮਿਲਣ, ਇਹਨੂੰ ਅਜੇ ਚਿਰ ਲੱਗਣਾ ਹੈ। ਲੋਕੀ ਕਈ ਸਾਲ ਇੰਝ ਹੀ ਰੁਲਦੇ ਰਹੇ, ਪਰ ਉੱਜੜ ਕੇ ਆਇਆਂ ਨੂੰ ਖੁੱਲ੍ਹੇ ਦਿਲ ਨਾਲ ਸਾਂਭੂ ਵੀ ਬਥੇਰੇ ਸਨ। 2-4 ਦਿਨ ਲੰਘ ਗਏ ਤਾਂ ਜੀਤੋ ਦੇ ਵੱਡੇ ਮਾਮੇ ਦੀ ਨੂੰਹ ਵੀਰਾਂ ਨੇ ਜੀਤੋ ਦਾ ਹਾਲ ਪੁੱਛਣ ਲਈ ਮਨ ਤਕੜਾ ਕੀਤਾ। ਹਾਣ ਨੂੰ ਹਾਣ ਦਾ ਦੁੱਖ ਸੁਣਨ ਦੀ ਕੁਦਰਤੀ ਤਾਂਘ ਹੁੰਦੀ ਏ ਤੇ ਜੀਤੋ ਦੇ ਭਾਬੀ ਵੀਰਾਂ ਇੱਕੋ ਮੰਜੀ ਤੇ ਸੌਂਦੀਆਂ ਤੇ ਦਿਨ ਭਰ ਇਕੱਠੀਆਂ ਰਹਿੰਦੀਆਂ। ਇੱਕ ਰਾਤ ਭਾਬੀ ਪੁੱਛਣ ਲੱਗੀ, ਅੜੀਏ ਜੀਤੋ, ਇੱਕ ਗੱਲ ਦੱਸ, ਤੁਹਾਡੇ ਨਾਲ ਹੋਇਆ ਕੀ? ਕਿੱਥੇ ਕੱਟੇ ਐਨੇ ਦਿਨ? ਕੀ ਬੀਤੀ ਤੁਹਾਡੀ ਜਾਨ ਤੇ? ਜੀਤੋ ਦਾ ਤੇ ਪਹਿਲੇ ਹੀ ਮਨ ਨੱਕੋ ਨੱਕ ਭਰਿਆ ਸੀ, ਡੁੱਲਣ ਕਰਦਾ ਸੀ। ਹੱਡ ਬੀਤੀ ਦੱਸਣ ਲੱਗੀ, ਜਦੋਂ ਅਸੀਂ ਜੜ੍ਹਾਂ ਵਾਲੇ ਕੈਂਪ 'ਚ ਸੀ ਤਾਂ ਵੀਰ ਨਿਆਣਿਆਂ ਲਈ ਪਾਣੀ ਲੈਣ ਬਾਹਰ ਨਿਕਲਿਆ ਹੀ ਸੀ। ਇੱਕਦਮ ਹਜੂਮ ਆ ਪਿਆ। ਸਾਰਿਆਂ ਨੇ ਛਵੀਆਂ, ਟਕੂਏ, ਗੰਡਾਸੇ, ਡਾਂਗਾਂ ਫੜੀਆਂ ਸੀ। ਰੌਲਾ ਗੋਲਾ ਸੁਣ ਅਸੀਂ ਜਦੋਂ ਬਾਹਰ ਝਾਤੀ ਮਾਰੀ ਤਾਂ ਵੀਰ ਗੁਰਚਰਨ ਨੂੰ ਕੋਹ ਰਹੇ ਸਨ, ਤੇ ਜਦੋਂ ਅਸੀਂ ਛਡਾਉਣ ਦਾ ਯਤਨ ਕੀਤਾ ਤੇ 4 ਬੰਦਿਆਂ ਸਾਨੂੰ ਇੰਝ ਧੂਇਆ ਕਿ ਅਸੀਂ ਕਿੱਧਰ ਦੀਆਂ ਕਿੱਧਰ ਅੱਪੜ ਗਈਆਂ। ਪਤਾ ਨਹੀਂ ਕਿੰਨੀ ਦੂਰ ਸੀ ਉਹ ਪਿੰਡ ਜਿੱਥੇ ਸਾਨੂੰ ਦੋਵਾਂ ਨੂੰ ਲੈ ਗਏ। ਮੈਨੂੰ ਇੱਕ ਜਣੇ ਨੇ ਕੜੇ ਤੋਂ ਫੜਿਆ ਹੋਇਆ ਸੀ ਤੇ ਭਾਬੀ ਨੂੰ ਚੁੰਨੀ ਨਾਲ ਬੰਨਿਆ ਸੀ। ਅਸੀਂ ਗੁੰਮਸੁੰਮ ਹੋਈਆਂ ਸੋਚ ਰਹੀਆਂ ਸੀ ਕਿ ਪਤਾ ਨਹੀਂ ਹੁਣ ਕੀ ਬਣੂ। ਰਾਤ ਅੱਧੀ ਕੁ ਗਈ ਹੋਏਗੀ ਜਦੋਂ ਸਾਨੂੰ ਵੱਖੋ ਵੱਖ ਘਰਾਂ 'ਚ ਲੈ ਗਏ। ਮੈਨੂੰ ਇੰਨੀ ਕਸੂਹ ਲੱਗਦੀ ਸੀ, ਅਸੀਂ ਦੋਵੇਂ ਇੱਕੋ ਹੀ ਪਿੰਡ 'ਚ ਸਾਂ,
ਭਾਬੀ ਦਾ ਤਾਂ ਮੈਨੂੰ ਪਤਾ ਨਹੀਂ। ਜਿਸ ਘਰ ਮੈਨੂੰ ਲੈ ਕੇ ਗਏ ਉੱਥੇ 6-7 ਜੀ ਹੋਰ ਸਨ। ਇੱਕ ਅੱਧਖੜ ਉਮਰ ਦੀ ਜਨਾਨੀ ਮੈਨੂੰ ਵੇਖ ਕੇ ਕਹਿਣ ਲੱਗੀ, ਵੇ ਕਿੱਥੋਂ ਮੁਸੀਬਤ ਲੈ ਆਏ ਆ, ਵੇ ਮੰਦੋ ਤੂੰ ਗੁੰਡਿਆਂ ਨਾਲ ਨਾ ਫਿਰਿਆ ਕਰ। ਬਾਕੀ ਸਾਰੇ ਚੁੱਪ ਸਨ। ਮੈਨੂੰ ਮੰਜੀ ਤੇ ਵਿਹੜੇ 'ਚ ਬਿਠਾ ਦਿੱਤਾ। 16 ਕੁ ਸਾਲਾਂ ਦੀ ਇੱਕ ਕੁੜੀ ਪਾਣੀ ਲੈ ਕੇ ਆਈ। ਇੱਕ ਹੋਰ ਜੋ ਕੁੜੀ ਦੀ ਭਰਜਾਈ ਹੋਏਗੀ ਕਹਿਣ ਲੱਗੀ, ਇਹ ਸਿੱਖ ਨਹੀਂ ਪਾਣੀ ਪੀਂਦੇ ਮਸ਼ਕ ਦਾ। ਤੇ ਮੇਰੀ ਪਾਣੀ ਨੂੰ ਤੇ ਕੀ ਕਿਸੇ ਵੀ ਸ਼ੈ ਨੂੰ ਕਈ ਜੀ ਨਹੀਂ ਸੀ ਕਰਦਾ, ਪਰ ਉਸ ਕੈਦ ਨੂੰ ਕੱਟਣ ਲਈ ਕੀ ਕਰਦੀ। ਨੀ ਤੂੰ ਰਾਤੀ ਕਿੱਥੇ ਸੌਂਦੀ ਸੈਂ? ਭਾਬੀ ਨੇ ਬੜੀ ਉਤਸੁਕਤਾ ਨਾਲ ਤੇ ਜਜ਼ਬਾਤੀ ਹੋ ਕੇ ਪੁੱਛਿਆ। ਪਹਿਲੀ ਰਾਤ ਤੇ ਵਿਹੜੇ 'ਚ ਇੱਕ ਮੰਜੀ ਤੇ ਗੁੱਛਾ ਹੋ ਪਈ ਰਹੀ। ਅਗਲੇ ਦਿਨ ਬਸ਼ੀਰਾਂ 'ਚ ਮੈਨੂੰ ਖੜਨ ਵਾਲੇ ਮੁਹੰਮਦ ਦੀ ਭੈਣ ਸੀ, ਆਖਣ ਲੱਗੀ, ਲੈ ਮੇਰਾ ਸੂਟ ਪਾ ਲੈ, ਤੇਰੇ ਲੀੜੇ ਬੜੇ ਗੰਦੇ ਤੇ ਪਾਟੇ ਹੋਏ ਨੇ। ਕੁਦਰਤ ਨੇ ਔਰਤ ਨੂੰ ਕੀ ਬਣਾਇਆ। ਭਾਬੀ ਉਸ ਦਿਨ ਮੈਨੂੰ ਮਾਹਵਾਰੀ ਆਈ ਸੀ ਤੇ ਕੱਪੜੇ ਮੈਂ ਫੜ ਲਏ ਤੇ ਨਾਲ ਹੀ ਇੱਕ ਹੋਰ ਕੱਪੜਾ ਮੰਗਿਆ। ਤੇ ਜਦੋਂ ਮੈਂ ਨਹਾਉਣ ਚੱਲੀ, ਘਰ ਦੀ ਮਾਂ ਨੇ ਮੈਨੂੰ ਸਿਰ ਧੋਣ ਲਈ ਵੀ ਕਿਹਾ, ਧੀਏ ਹੁਣ ਤੂੰ ਨਹਾ ਧੋ, ਹੁਣ ਤੂੰ ਇੱਥੇ ਹੀ ਰਹਿਣਾ। ਤੇਰੀ ਕਿਸਮਤ ਮਾੜੀ, ਕਈ ਹੋਰਾਂ ਦੀਆਂ ਵੀ ਮਾੜੀਆਂ ਨੇ, ਜੀ ਲਾ ਫਿਰ ਸੋਚਾਂਗੇ। ਰਾਤ ਪਈ ਤਾਂ ਮੁਹੰਮਦ ਦੀ ਭਰਜਾਈ ਮੈਨੂੰ ਬੁਰਕਾ ਪਵਾ ਕੇ ਡੰਗਰਾਂ ਵਾਲੀ ਹਵੇਲੀ ਛੱਡ ਆਈ ਤੇ ਮੇਰਾ ਸਾਰਾ ਤਨ ਬਦਨ ਕੰਬ ਰਿਹਾ ਸੀ। ਉਹ ਮੇਰੇ ਕੋਲ ਉਦੋਂ ਤੀਕਰ ਬੈਠੀ ਰਹੀ ਜਦੋਂ ਤਾਈ ਮੰਦੋ ਨਾ ਆ ਗਿਆ। ਆਂਢ ਗੁਆਂਢ ਦੇ ਲੋਕ ਮੈਨੂੰ ਇੰਜ ਵੇਖਦੇ ਜਿਵੇਂ ਕੋਈ ਤਮਾਸ਼ਾ ਹੁੰਦਾ ਹੈ। ਕਹਿੰਦੇ ਮੰਦੋ ਸਿੱਖਣੀ ਲਿਆਂਦੀ ਏ। ਗੱਲਾਂ ਕਰਦੀ ਜੀਤੋ ਆਪਣੀ ਅੱਖਾਂ 'ਚੋਂ ਛਮ-ਛਮ ਨੀਰ ਵਹਾ ਰਹੀ ਸੀ। ਵੀਰੋ ਭਾਬੀ ਦੇ ਲੂਈ ਕੰਡੇ ਹੋ ਰਹੇ ਸਨ। ਉਸ ਦਹਿਲੀ ਹੋਈ ਤੇ ਰੋਣ ਹਾਕੀ ਬਾਅਦ 'ਚ ਪੁੱਛਿਆ, ਹਾਈ ਨਹੀਂ ਮੈਂ ਮਰ ਜਾਵਾਂ। ਫਿਰ ਕੀ ਹੋਇਆ? ਫਿਰ ਭਾਬੀ ਕੀ ਹੋਣਾ ਸੀ? ਮੁਹੰਮਦ ਆ ਗਿਆ, ਜਿਵੇਂ ਮੇਰੇ ਲਈ ਮੌਤ ਦਾ ਪੈਗਾਮ ਲੈ ਕੇ ਆਇਆ ਹੋਵੇ। ਆ ਕੇ ਮੇਰੀ ਮੰਜੀ ਤੇ ਬੈਠ ਗਿਆ। ਪੁੱਛਣ ਲੱਗਾ, ਤੇਰਾ ਨਾਂ ਕੀ ਏ ਭਲੀਏ ਲੋਕੇ? ਮੈਂ ਚੁੱਪ ਸਾਂ, ਕੀ ਦੱਸਾਂ? ਇਹ ਮੇਰਾ ਕੀ ਲੱਗਦਾ? ਮੈਂ ਸੋਚਾਂ ਕਿਧਰੇ ਕੋਈ ਰੱਬ ਨਹੀਂ ਹੈਗਾ, ਕੋਈ ਅੱਲਾ ਨਹੀਂ, ਵਾਹਿਗੁਰੂ ਨਹੀਂ। ਉਹਨੇ ਮੇਰੇ ਹੱਥ ਫੜ ਲਏ। ਮੈਂ ਨੀਵੀਂ ਪਾਈ ਸੋਚੀ ਜਾਵਾਂ, ਹੁਣ ਕਿੱਧਰ ਜਾਵਾਂ, ਕਿਹੜੇ ਖੂਹ ਖਾਤੇ 'ਚ ਪਵਾਂ, ਅੱਗੇ ਕੀ ਹੋਏਗਾ, ਨਿੱਕੀ ਹੁੰਦੀ ਕਿਉਂ ਨਾ ਮਰੀ। ਮੇਰਾ ਸਾਰਾ ਜੁੱਸਾ ਕੰਬਣ ਲੱਗਾ। ਉਹਨੂੰ ਮੇਰੀ ਹਾਲਤ ਤੇ ਕੁਝ ਰਹਿਮ ਆਉਂਦਾ ਜਾਪਿਆ ਤੇ ਉਸ ਮੇਰੇ ਹੱਥ ਛੱਡ ਦਿੱਤੇ। ਕਹਿਣ ਲੱਗਾ, ਜਦੋਂ ਤੂੰ ਆਖੇਗੀ ਉਦੋਂ ਹੀ ਤੇਰੇ ਕੋਲ ਆਵਾਂਗਾ। ਉਹਨੇ ਫਿਰ ਮੈਨੂੰ ਪੁੱਛਿਆ, ਤੂੰ ਕਿੱਥੋਂ ਦੀ ਹੈ? ਤੇਰੇ ਮਾਪੇ ਕਿੱਧਰ ਗਏ? ਮੈਂ ਟੋਟਕਿਆਂ 'ਚ ਹਾਂ ਨਾ ਕਰਦੀ ਗਈ। ਰਾਤ ਬਹੁਤੀ ਲੰਘ ਗਈ। ਮੈਂ ਇੱਕਦਮ ਉਹਦੇ ਪੈਰ ਫੜ ਲਏ ਤੇ ਕਿਹਾ, ਤੂੰ ਮੇਰਾ ਵੀਰ ਨਹੀਂ ਬਣ ਸਕਦਾ। ਉਹ ਹੈਰਾਨ ਪਰੇਸ਼ਾਨ ਹੋ ਕੇ ਮੇਰੇ ਵੱਲ ਤੱਕਦਾ ਸੋਚਣ ਲੱਗਾ, ਇਹ ਕੀ ਕਹਿੰਦੀ ਪਈ ਹੈ ਤੇ ਮੈਂ ਕੀ ਸੋਚਣਾ ਵਾ। ਮੈਨੂੰ ਉਠਾ ਕੇ ਉਸ ਮੰਜੀ ਤੇ ਬਿਠਾ ਦਿੱਤਾ। ਆਖਣ ਲੱਗਾ, ਜਦੋਂ ਤੂੰ ਖੁਸ਼ ਹੋਏਂਗੀ ਉਦੋਂ ਸਹੀ, ਉਹਨੇ ਦਿਨ ਮੈਂ ਤੇਰਾ ਭਰਾ ਬਣਿਆ ਰਵਾਂਗਾ। ਫਿਰ ਦੱਸਣ ਲੱਗ ਪਿਆ, ਮੇਰੇ ਸਹੁਰੇ ਜਦੋਂ ਘਰ ਘਾਟ ਛੱਡ ਕੈਂਪ 'ਚ ਸਨ ਤਾਂ ਮੇਰੀ ਮੰਗੇਤਰ ਹੈਜ਼ੇ ਨਾਲ ਉੱਥੇ ਮਰ ਗਈ। ਇਸੇ ਲਈ ਅਸੀਂ ਕੈਂਪ ਵਿੱਚ ਕਿਸੇ ਤੇਰੇ ਵਰਗੀ ਨੂੰ ਲਿਆਉਣ ਦਾ ਮਨ ਬਣਾਇਆ। ਤੂੰ ਮੈਨੂੰ ਦੱਸ ਦੇਵੀਂ, ਜਦੋਂ ਤੇਰੀ ਮਰਜ਼ੀ ਹੋਈ ਨਿਕਾਹ ਕਰ ਲਾਂਗੇ। ਦਿਨੇ ਮੈਂ ਘਰ ਜਾਂਦੀ, ਰੋਜ਼ ਰਾਤ ਨੂੰ ਮੁਹੰਮਦ ਦੀ ਭੈਣ ਬੁਰਕਾ ਪਵਾ ਕੇ ਮੈਨੂੰ ਬਾਹਰ ਲੈ ਜਾਂਦੀ। ਲੋਕੀ ਕੋਠਿਆਂ ਤੇ ਚੜ੍ਹ ਸਾਡੇ ਵੱਲ ਤੱਕਦੇ। ਭਾਬੀ ਜੀ ਦੀ ਤਾਂ ਮੈਨੂੰ ਕਈ ਉੱਗ ਸੁੱਗ ਨਹੀਂ ਸੀ। ਇਸ ਤਰ੍ਹਾਂ ਕਈ ਦਿਨ ਲੰਘ ਗਏ। ਫਿਰ ਇੱਕ ਦਿਨ ਜਦੋਂ ਅਸੀਂ ਤਰਕਾਲਾਂ ਵੇਲੇ ਬਾਹਰ ਖੇਤਾਂ ਵੱਲ ਜਾ ਰਹੀਆਂ ਸੀ ਤਾਂ ਮੈਨੂੰ ਇੱਕ ਫੌਜੀ ਟਰੱਕ 'ਚ ਬੈਠੇ ਸਿੱਖ ਸਿਪਾਹੀ ਦੀ ਪੱਗ ਨਜ਼ਰੀ ਪੈ ਗਈ। ਮੈਂ ਉਸੇ ਵੇਲੇ ਰੌਲਾ ਪਾਤਾ, ਚੀਕਣਾ ਸ਼ੁਰੂ ਕਰਤਾ, ਵੀਰੋ ਮੈਂ ਸਿੱਖਾਂ ਦੀ ਧੀ ਜੇ, ਮੈਨੂੰ ਇੱਥੋਂ ਕੱਢਣ ਦਾ ਪੁੰਨ ਖੱਟ ਲਓ। ਟਰੱਕ ਰੁਕਿਆ। ਫੌਜੀ ਵੀਰ ਨੇ ਹੇਠਾਂ ਉਤਰ ਕੇ ਮੈਨੂੰ ਗਲ ਨਾਲ ਲਾ ਲਿਆ ਤੇ ਹੌਸਲਾ ਦਿੱਤਾ। ਇਹ ਸਾਰਾ ਕੁਝ ਵੇਖ ਬਸ਼ੀਰਾਂ ਘਰ ਨੂੰ ਦੌੜ ਗਈ। ਟਰੱਕ ਵਾਲੇ ਮੈਨੂੰ ਪੁੱਛਣ ਲੱਗੇ, ਭੈਣਾ ਹੋਰ ਦੱਸ, ਇੱਥੇ ਤੇਰੇ ਵਰਗੀ ਕੌਣ-ਕੌਣ? ਮੈਂ ਭਾਬੀ ਨਰਿੰਜਨ ਕੌਰ ਦਾ ਨਾਂ ਦੱਸਿਆ। ਉਹਨਾਂ ਜਾ ਪਿੰਡ ਨੂੰ ਘੇਰਾ ਪਾਇਆ, ਬੰਦਿਆਂ ਨੂੰ ਇਕੱਠੇ ਕਰਕੇ ਪੁੱਛਣ ਲੱਗ ਪਏ। ਇੰਨੇ ਚਿਰ 'ਚ ਕਿਸੇ ਧਰਮੀ ਬੰਦੇ ਨੇ ਆਪ ਹੀ ਦੱਸ ਦਿੱਤਾ, ਜੀ ਇੱਕ ਬੀਬੀ ਸਾਡੇ ਘਰ ਵੀ ਹੈ। ਇੰਜ ਭਾਬੀ ਵੀ ਲੱਭ ਪਈ ਤੇ ਫੌਜੀ ਸਾਨੂੰ ਟਰੱਕ 'ਚ ਚਾੜ ਅੰਬਰਸਰ ਲੈ ਆਏ। ਡੁਸਕਦੀ ਵੀਰਾਂ ਭਾਬੀ ਜੀਤੋ ਨੂੰ ਆਖਣ ਲੱਗੀ, ਜੀਤੋ ਤੂੰ ਕਿੰਨੇ ਦਿਨ ਮੰਦੋ ਦੇ ਘਰ ਰਹੀ? ਜੀਤੋ ਉੱਚੀ ਉੱਚੀ ਰੋਂਦਿਆਂ ਹੌਕੇ ਭਰਦਿਆਂ ਦੱਸੇ, 21 ਰਾਤਾਂ ਰਹੀ, 22ਵੀਂ ਰਾਤ ਤੁਰ ਪਈ। ਵੀਰੋ ਹੈਰਾਨ ਸੀ ਕਿ ਇਹਨੇ ਪੂਰੀਆਂ 21 ਰਾਤਾਂ ਉੱਪਰੇ ਆਦਮੀ ਨਾਲ ਕੱਟੀਆਂ। ਸੋਚਣ ਲੱਗੀ, ਇਹ ਸੱਚ ਹੋਏਗਾ ਕਿ ਉਹਨੇ ਇਹਨੂੰ ਐਡੇ ਲੰਮੇ ਵੇਲੇ ਵੀ ਕੁਝ ਨਾ ਆਖਿਆ ਹੋਏਗਾ। ਵੀਰੋ ਨੂੰ ਸੱਚ ਨਹੀਂ ਸੀ ਆਉਂਦਾ। ਉਹ ਕਹਿਣ ਲੱਗੀ, ਜੀਤੋ ਹੁਣ ਸੌਂ ਜਾ, ਭਲਕੇ ਫੇਰ ਗੱਲਾਂ ਕਰਾਂਗੇ। ਮਾਂ ਨੀ ਮਾਂ ਵੱਤ ਪੁੱਤਰਾਂ, ਰਾਣੀ ਮਾਂ ਦੇ ਮਹਿਲ ਉਜਾੜੇ, ਮਾਂ ਨੀ ਮਾਂ ਵੱਤ ਵੀਰਾਂ ਆਪਣੇ, ਵੀਰਾਂ ਦੇ ਸਿਰ ਪਾੜੇ। ਅਹਿਮਦ ਸਲੀਮ। ਧੰਨਵਾਦ। ਹਨੀਫ ਚੌਧਰੀ ਦੀ ਕਹਾਣੀ ਦੂਜਾ ਬਟਵਾਰਾ। ਬਟਵਾਰੇ ਤੋਂ ਬਾਅਦ 33 ਵਰ੍ਹਿਆਂ ਮਗਰੋਂ ਮੈਂ ਆਪਣੀ ਜਨਮ ਭੂਮੀ ਨੂੰ ਵੇਖ ਰਿਹਾ ਸਾਂ। ਮੈਂ ਤੇ ਜਸਵੰਤ ਅਸੀਂ ਦੋਨੋਂ ਤੁਰੇ ਜਾ ਰਹੇ ਸਾਂ। ਭਾਰਤ ਵਿੱਚ ਆਪਣੇ ਕਿਆਮ ਦੇ ਦੌਰਾਨ ਮੈਂ ਬਹੁਤ ਸਾਰੇ ਅਦੀਬਾਂ, ਸ਼ਾਇਰਾਂ ਤੇ ਕਲਾਕਾਰਾਂ ਨੂੰ ਮਿਲ ਚੁੱਕਿਆ ਸੀ। ਅੱਜ ਅਸੀਂ ਦੋਵੇਂ ਜਗਤ ਪ੍ਰਸਿੱਧ ਕਹਾਣੀਕਾਰ ਬਲਜੀਤ ਕੌਰ ਨੂੰ ਮਿਲਣ ਜਾ ਰਹੇ ਸੀ। ਬਲਜੀਤ ਨੇ ਸਾਨੂੰ ਮੁਲਾਕਾਤ ਲਈ 9 ਵਜੇ ਦਾ ਵਕਤ ਦਿੱਤਾ ਸੀ।
ਜਸਵੰਤ ਮੇਰੇ ਸੱਜੇ ਪਾਸੇ ਸੀ ਤੇ ਮੈਂ ਉਹਦੇ ਖੱਬੇ। ਮੇਰੇ ਪੈਰ ਇਸ ਰਾਹ ਤੋਂ ਚੰਗੀ ਤਰ੍ਹਾਂ ਜਾਣੂ ਸਨ। ਇਸ ਰਾਹ ਥਾਣੀ ਲੰਘ ਕੇ ਮੈਂ 10 ਸਾਲ ਤੀਕਰ ਪਿੰਡ ਤੋਂ ਸਾਹਮਣੇ ਸਕੂਲ ਪੜ੍ਹਨ ਆਉਂਦਾ ਹੁੰਦਾ। ਅੱਜ ਤੋਂ 33 ਵਰ੍ਹੇ ਪਹਿਲਾਂ ਇਸ ਸਕੂਲ ਦੇ ਗੇਟ ਉੱਪਰ DB ਗਵਰਨਮੈਂਟ ਹਾਈ ਸਕੂਲ ਨਕੋਦਰ ਲਿਖਿਆ ਹੋਇਆ ਸੀ। ਗੇਟ ਦੇ ਨਾਲ ਕਰਕੇ ਲਾਲਾ ਧਨੀ ਰਾਮ ਦੀ ਟੱਕ ਸ਼ਾਪ ਹੁੰਦੀ ਸੀ। ਅੱਜ ਉੱਥੇ ਗਣਪਤ ਬੁੱਕ ਸੈਂਟਰ ਦਾ ਬੋਰਡ ਲੱਗਾ ਹੋਇਆ। ਮੈਂ ਹਸਰਤ ਨਾਲ ਇਸ ਬੋਰਡ ਵੱਲ ਤੱਕ ਰਿਹਾ ਸੀ ਕਿ ਖਿਆਲਾਂ ਦੀਆਂ 33 ਪੌੜੀਆਂ ਉਤਰ ਕੇ ਲਾਲਾ ਧਨੀ ਰਾਮ ਦੀ ਟੱਕ ਸ਼ਾਪ ਅੱਗੇ ਜਾ ਖਲੋਤਾ, ਜਿੱਥੇ ਮੇਰੇ ਬਾਕੀ ਜਮਾਤੀ ਮੁੰਡੇ ਖੜੇ ਲਾਲਾ ਜੀ ਦੀਆਂ ਤਾਜ਼ਾ ਜਲੇਬੀਆਂ ਖਾ ਰਹੇ। ਇੱਕ ਮੁੰਡੇ ਨੇ ਲਾਲਾ ਜੀ ਨੂੰ ਸ਼ਰਾਰਤ ਨਾਲ ਡਰਾਇਆ, ਲਾਲਾ ਜੀ ਆ ਘਿਓ ਦੇ ਪੀਪੇ ਚੂਹਾ ਵੜ ਗਿਆ, ਉਹ ਵੇਖੋ। ਤੇ ਲਾਲਾ ਜੀ ਉਧਰ ਵੇਖਣ ਲੱਗ ਪਏ ਤੇ ਮੁੰਡਾ ਜਲੇਬੀਆਂ ਦਾ ਥਾਲ ਚੁੱਕ ਕੇ ਭੱਜ ਗਿਆ। ਜਸਵੰਤ ਨੇ ਮੈਨੂੰ ਮੋਢੇ ਤੋਂ ਫੜ ਕੇ ਹਿਲੂਣਿਆ। ਮੈਂ 33ਵੀਂ ਪੌੜੀ ਤੋਂ ਇੱਕਦਮ ਪਹਿਲੀ ਪੌੜੀ ਤੇ ਆ ਖਲੋਤਾ। ਕੀ ਸੋਚਦਾ ਰਿਹਾ ਚੌਧਰੀ? ਜਸਵੰਤ ਨੇ ਪੁੱਛਿਆ। ਕੁਛ ਨਹੀਂ, ਯਾਦਾਂ ਦਾ ਹੜ ਮੈਨੂੰ ਰੋੜ ਕੇ ਲੈ ਗਿਆ ਸੀ ਤੇ ਮੈਂ ਜਜ਼ਬਾਤੀ ਹੋ ਗਿਆ ਸੀ। ਆਪਣੇ ਮਾਝੀ ਦੇ ਖੰਡਰ ਨੂੰ ਫਿਰ ਵੇਖੀ, ਪਹਿਲਾਂ ਜਿਸ ਕੰਮ ਚੱਲੇ ਆ ਉਹ ਕਰ ਲਈਏ। 8:45 ਹੋ ਚੱਲੇ ਨੇ, ਜਸਵੰਤ ਬੋਲਿਆ। ਮੈਂ ਧਿਆਨ ਨਾਲ ਫਿਰ ਉਹਦੇ ਨਾਲ ਤੁਰ ਪਿਆ। ਟੁਰਦਿਆਂ ਐਵੇਂ ਮੇਰੀ ਨਜ਼ਰ ਖੱਬੇ ਪਾਸੇ ਉੱਠ ਗਈ। ਉੱਥੇ ਉਵੇਂ ਵੱਡਾ ਸਾਰਾ ਬੋਰਡ ਖੜਾ ਸੀ, ਜਿਹਦੇ ਹੇਠਾਂ ਗਰਮੀਆਂ ਨੂੰ ਸਕੂਲੋਂ ਛੁੱਟੀ ਵੇਲੇ ਬਹਿ ਕੇ ਰੋਟੀਆਂ ਖਾਇਆ ਕਰਦੇ ਸਾਂ। ਉਸ ਵੇਲੇ ਇਹਦੇ ਹੇਠਾਂ ਇੱਕ ਤਖਤਪੋਸ਼ ਹੁੰਦਾ ਸੀ, ਜਿੱਥੇ ਵੱਡੇ ਵਡੇਰੇ ਬਹਿ ਕੇ ਵਿਚਾਰ ਵਟਾਂਦਰਾ ਕਰਦੇ ਹੁੰਦੇ ਸਨ। ਇਸ ਤਖਤਪੋਸ਼ ਹੇਠਾਂ ਮੋਤੀ ਕੁੱਤੀ ਬੱਚੇ ਦਿਆ ਕਰਦੀ ਸੀ ਤੇ ਅੱਜ ਉੱਥੇ ਨਾ ਤਖਤਪੋਸ਼ ਨਾ ਮੋਤੀ ਕੁੱਤੀ, ਬਸ ਕੱਖਾਂ ਦਾ ਘੁਰਨਾ ਸੀ। ਖੌਰੇ ਉਹ ਕੁੱਤੀ ਵੀ ਬਟਵਾਰੇ ਵੇਲੇ ਪਾਕਿਸਤਾਨ ਆ ਗਈ ਹੋਏ। ਪਰ ਬਟਵਾਰਾ ਤੇ ਸਿਰਫ ਇਨਸਾਨਾਂ ਲਈ ਸੀ, ਜਾਨਵਰਾਂ ਲਈ ਨਹੀਂ। ਮੈਂ ਇਸ ਖਿਆਲ ਨੂੰ ਝਟਕ ਕੇ ਅੱਗੇ ਵੇਖਿਆ ਤੇ ਛਾਂ ਹੇਠਾਂ ਇੱਕ ਬਿੱਲਾ ਕੁੱਤਾ ਬੈਠਾ ਹੌਂਕ ਰਿਹਾ ਸੀ। ਇੱਕ ਵਾਰ ਇਸ ਬੋਰਡ ਉੱਤੇ ਮੈਂ ਆਪਣਾ ਨਾਂ ਖੁਰਚ ਦਿੱਤਾ ਸੀ। ਮੈਂ ਇਹ ਨਾਂ ਵੇਖਣ ਲਈ ਨੱਸ ਕੇ ਉਸ ਥਾਂ ਗਿਆ। ਉੱਥੇ ਕਿਸੇ ਨੇ ਹਨੀਫ ਚੌਧਰੀ ਦੀ ਥਾਂ ਹਨੀਫ ਸਿੰਘ ਬਣਾ ਦਿੱਤਾ ਸੀ ਤੇ ਮੈਨੂੰ ਇੰਝ ਲੱਗਾ ਜਿਵੇਂ ਕਿਸੇ ਨੇ ਮੇਰੇ ਸਰੀਰ ਦੇ ਇੱਕ ਵਾਰ ਫਿਰ 2 ਟੋਟੇ ਕਰ ਦਿੱਤੇ ਹੋਣ। ਜਦੋਂ ਮੈਂ ਨਿੰਮੋ ਝਾਉਣਾ ਹੋ ਕੇ ਵਾਪਸ ਪਰਤਿਆ ਤੇ ਬਿੱਲਾ ਕੁੱਤਾ ਮੇਰੇ ਪਿੱਛੇ ਨੱਸਿਆ, ਜਿਵੇਂ ਮੈਨੂੰ ਭਾਰਤ ਦੀ ਸਰਹੱਦ ਤੋਂ ਬਾਹਰ ਕੱਢਣਾ ਚਾਹੁੰਦਾ ਹੋਵੇ। ਜਸਵੰਤ ਮੇਰੇ ਹਾਲ ਦਾ ਵਾਕਿਫ ਸੀ ਤੇ ਕਹਿਣ ਲੱਗਾ, ਜੇ ਅਸੀਂ ਬਲਜੀਤ ਕੌਰ ਨੂੰ ਨਾ ਵੇਖਣਾ ਹੁੰਦਾ ਤਾਂ ਮੈਂ ਆਪਣੇ ਬਚਪਨ ਦੀ ਇੱਕ ਯਾਦ ਨੂੰ ਵੇਖਦਾ ਤੇ ਸਮੇਟਦਾ ਤੇ ਫਿਰ ਚੱਲ। ਜਸਵੰਤ ਨੇ ਮੇਰੇ ਬਰਾਬਰ ਹੋ ਕੇ ਮੇਰਾ ਸੱਜਾ ਹੱਥ ਫੜ ਲਿਆ, ਮੇਰੇ ਨਾਲ ਤੁਰਨਾ ਸ਼ੁਰੂ ਕਰਤਾ। ਤੁਰਦਿਆਂ ਮੈਂ ਸਵਾਲ ਕੀਤਾ, ਬਲਜੀਤ ਕੌਰ ਕਿੱਥੇ ਦੀ ਰਹਿਣ ਵਾਲੀ ਹੈ? ਮੈਂ ਕਦੇ ਪੁੱਛਿਆ ਨਹੀਂ, ਉਹਨੇ ਉੱਤਰ ਦਿੱਤਾ। ਕਿਉਂ, ਤੂੰ ਉਹਦਾ ਜਾਣੂ ਨਹੀਂ? ਮੈਂ ਹੈਰਾਨੀ ਨਾਲ ਪੁੱਛਿਆ। ਤੂੰ ਮੈਨੂੰ ਖਤਾਂ 'ਚ ਲਿਖਿਆ ਕਰਦਾ ਸੀ ਕਿ ਉਹ ਮੇਰੀ ਭੈਣ ਬਣੀ ਹੋਈ ਹੈ। ਹਾਂ, ਅਸੀਂ ਭੈਣ ਭਰਾ, ਸਿਰਫ ਇਸ ਬਾਰੇ ਕਦੇ ਗੱਲ ਨਹੀਂ ਹੋਈ ਕਿ ਉਹਦੇ ਮਾਪੇ ਕਿੱਥੇ ਰਹਿੰਦੇ ਨੇ। ਮੈਂ ਫੇਰ ਪੁੱਛਿਆ, ਇਹ ਪਾਕਿਸਤਾਨੋਂ ਮਾਈਗ੍ਰੇਟ ਕਰਕੇ ਤਾਂ ਨਹੀਂ ਆਈ? ਇਹਦੀਆਂ ਕਹਾਣੀਆਂ ਦੀ ਜ਼ਬਾਨ ਤੇ ਠੇਠ ਪਿੰਡ ਦੀ ਏ। ਅਸਲ 'ਚ ਮੈਂ ਬਟਵਾਰੇ ਮਗਰੋਂ ਜੰਮਿਆ ਤੇ ਬਲਜੀਤ ਕੌਰ 15-20 ਵਰ੍ਹੇ ਮੈਥੋਂ ਵੱਡੀ ਏ, ਜਸਵੰਤ ਨੇ ਦਲੀਲ ਦਿੱਤੀ। ਜਸਵੰਤ ਸਿੰਘ ਉਸ ਮਕਾਨ ਅੱਗੇ ਜਾ ਖਲੋਤਾ ਜਿੱਥੇ ਪਿੱਤਲ ਦੇ ਲਫ਼ਜ਼ਾਂ 'ਚ ਸਰਦਾਰ ਬਲਵੰਤ ਸਿੰਘ ਦੀ ਨੇਮ ਪਲੇਟ ਲੱਗੀ ਹੋਈ ਸੀ। ਤੇ ਜਦੋਂ ਜਸਵੰਤ ਨੇ ਕਾਲ ਬੈਲ ਉੱਪਰ ਹੱਥ ਧਰਿਆ ਤੇ ਖੌਰੇ ਮੇਰੀਆਂ ਧੜਕਣਾਂ ਕਿਉਂ ਤੇਜ਼ ਹੋ ਗਈਆਂ। ਮੈਂ ਆਪਣੇ ਬੁਸ਼ਰਟ ਦੇ ਕਾਲਰ ਠੀਕ ਕੀਤੇ, ਬੂਟ ਝਾੜੇ, ਜਦ ਨੂੰ ਇੱਕ ਕਮਜ਼ੋਰ ਜਿਹੀ ਆਵਾਜ਼ ਆਈ, ਕੌਣ ਏ? ਜਸਵੰਤ ਵੀਰ। ਬੈਲ ਵਜਾਉਣ ਦੀ ਕੀ ਲੋੜ ਸੀ, ਲੰਘ ਆਉਂਦਾ। ਦੀਦੀ, ਮੇਰੇ ਨਾਲ ਪਾਕਿਸਤਾਨ ਤੋਂ ਆਇਆ ਇੱਕ ਪ੍ਰਾਹੁਣਾ ਵੀ ਏ, ਜਸਵੰਤ ਨੇ ਖੜੇ ਦੱਸਿਆ। ਤੁਸੀਂ ਬੈਠਕ ਖੋਲ ਲਓ। ਜਸਵੰਤ ਨੇ ਬੈਠਕ ਖੋਲ ਲਈ ਤੇ ਅਸੀਂ ਅੰਦਰ ਜਾ ਬੈਠੇ। 2 ਮਿੰਟ ਹੋ ਗਏ ਜਦੋਂ ਬਲਜੀਤ ਅੰਦਰ ਵੜੀ। ਮੇਰਾ ਉੱਪਰਲਾ ਸਾਹ ਉੱਪਰ, ਹੇਠਲਾ ਸਾਹ ਹੇਠਾਂ ਰਹਿ ਗਿਆ। ਹੈਰਾਨੀ ਨਾਲ ਮੈਨੂੰ ਚੱਕਰ ਆ ਗਿਆ। ਉਹ ਸਾਡੇ ਪਿੰਡ ਦੀ ਕੁੜੀ ਜੀਜਾਂ ਸੀ, ਅਜ਼ੀਜ਼ ਬੀਬੀ, ਜਿਹੜੀ 14ਵੀਂ 'ਚ ਪੜ੍ਹਦੀ ਸੀ, ਜਿਹਨੂੰ ਬਟਵਾਰੇ 'ਚ ਗੁੰਡਿਆਂ ਨੇ ਹੋਸਟਲ 'ਚੋਂ ਅਗਵਾ ਕਰ ਲਿਆ ਸੀ। ਉਦੋਂ ਦੀ ਜੀਜਾਂ ਤੇ ਅੱਜ ਦੀ ਬਲਜੀਤ ਕੌਰ 'ਚ ਜ਼ਮੀਨ ਅਸਮਾਨ ਦਾ ਫਰਕ ਸੀ। ਜੀਜਾਂ ਦੀਆਂ ਅੱਖਾਂ ਦੇ ਡਿੱਪਰ ਸ਼ੀਸ਼ਿਆਂ ਵਾਲੀ ਐਨਕ ਚੜ੍ਹੀ ਸੀ। ਸਿਰ ਦੇ ਵਾਲ ਬਰਫ਼ ਦੀ ਤਰ੍ਹਾਂ ਸਫੈਦ, ਰੰਗਤ ਪੀਲੀ, ਰਗਾਂ ਫੁੱਲੀਆਂ ਹੋਈਆਂ। ਸੱਜੇ ਬੁੱਲ ਦੇ ਉੱਪਰ ਕਾਲਾ ਤਿਲ ਇੰਝ ਹੀ ਹੱਸ ਰਿਹਾ ਸੀ ਜਿਵੇਂ ਨਿੱਕੀ ਹੁੰਦੀ ਦਾ ਮੁਸਕਰਾਉਂਦਾ ਰਹਿੰਦਾ ਸੀ। ਇੱਕ ਵਾਰ ਗਈ ਮੇਰੇ ਸਾਹਮਣੇ ਉਹ ਜੀਜਾਂ ਆ ਖੜੀ ਹੋਈ, ਜਿਹੜੀ ਇੱਕ ਵਾਰ ਮੇਰੀ ਭੈਣ ਨਾਲ ਰਲ ਕੇ ਸਾਡੇ ਖੂਹ ਤੇ ਛੱਲੀਆਂ ਭੰਨਣ ਗਈ ਸੀ ਤੇ ਧੂਣੀ ਦੀ ਅੱਗ ਨਾਲ ਉਹਦੀ ਮਲਮਲ ਦੀ ਚੁੰਨੀ ਸੜ ਗਈ ਸੀ। ਉਹਨੂੰ ਉਸ ਵੇਲੇ ਪਤਾ ਚੱਲਿਆ ਜਿਵੇਂ ਅੱਗ ਕਮੀਜ਼ ਨੂੰ ਜਾ ਲੱਗੀ। ਕੂਕਾਂ ਚੀਕਾਂ ਸੁਣ ਕੇ ਜਦੋਂ ਮੈਂ ਖੂਹ ਵੱਲ ਨੱਸਿਆ ਤਾਂ ਉਹ ਪਾਣੀ ਦੇ ਚੜੇ 'ਚ ਬੈਠੀ ਰੋ ਰਹੀ ਸੀ। ਪਰ ਅੱਜ ਦੀ ਜੀਜਾਂ, ਮੈਨੂੰ ਇੰਝ ਜਾਪਿਆ ਜਿਵੇਂ ਮੈਂ ਸੁਪਨਾ ਵੇਖ ਰਿਹਾ ਹਾਂ। ਬਲਜੀਤ ਨੂੰ ਅੰਦਰ ਆਉਂਦਿਆਂ ਵੇਖ ਕੇ ਜਸਵੰਤ ਉੱਠ ਕੇ ਖਲੋ ਗਿਆ। ਮੈਂ ਵੀ ਇਹਤਰਾਮਨ
ਉੱਠ ਖਲੋਤਾ। ਬਲਜੀਤ ਕੌਰ ਨੇ ਮੈਨੂੰ ਧਿਆਨ ਨਾਲ ਤੱਕਿਆ ਤੇ ਤੁਰੀ ਆਉਂਦੀ ਖਲੋ ਗਈ। ਮੱਥੇ ਤੇ ਪਸੀਨਾ ਆ ਗਿਆ। ਮੈਨੂੰ ਵੇਖਦੀ ਰਹਿ ਗਈ। ਜਸਵੰਤ ਜਾਣਕਾਰੀ ਕਰਾਉਣ ਲੱਗ ਪਿਆ। ਦੀਦੀ, ਇਹ ਪਾਕਿਸਤਾਨ ਦੇ ਨਾਮਵਰ ਕਹਾਣੀਕਾਰ ਹਨੀਫ ਚੌਧਰੀ ਨੇ ਤੇ PhD। ਉਹ ਬੇਸਬਰੀ ਨਾਲ ਮੇਰੇ ਵੱਲ ਵਧੀ ਤੇ ਮੇਰੇ ਗਲ ਲੱਗ ਕੇ ਰੋਣ ਲੱਗ ਪਈ। ਬਹੁਤ ਚਿਰ ਰੋਂਦੀ ਰਹੀ। ਮੈਂ ਦਿਲਾਸਾ ਵੀ ਦਿੰਦਾ ਜਾਂਦਾ, ਆਪ ਵੀ ਰੋਂਦਾ ਰਿਹਾ। ਚੁੱਪ ਕਰ ਮੇਰੀ ਭੈਣ। ਉਸ ਵੇਲੇ ਹਾਲਾਤ ਹੀ ਅਜਿਹੇ ਸੀ। ਵੇਲੇ ਦੇ ਹੜ੍ਹ ਨੂੰ ਕੌਣ ਰੋਕ ਸਕਦਾ ਹੈ? ਜੋ ਹੋਣਾ ਸੀ ਉਹ ਹੋ ਗਿਆ। ਤੇਰੀ ਭਾਲ 'ਚ ਤੇਰੇ ਮਾਂ-ਪਿਓ ਨੇ ਕੀ ਨਹੀਂ ਕੀਤਾ। ਚੁੱਪ ਕਰ ਮੇਰੀ ਭੈਣ। ਮੁਸ਼ਕਿਲ ਨਾਲ ਚੁੱਪ ਕਰਾ ਕੇ ਉਹਨੂੰ ਸੋਫੇ ਤੇ ਬਿਠਾਇਆ। ਜਸਵੰਤ ਹੱਕਾ ਬੱਕਾ ਪੁੱਛਣ ਲੱਗਾ, ਦੀਦੀ ਤੁਸੀਂ ਚੌਧਰੀ ਨੂੰ ਜਾਣਦੇ ਹੋ? ਹਾਂ, ਇਹ ਮੇਰੇ ਪਿੰਡ ਦਾ ਭਰਾ ਹੈ। ਅਸੀਂ ਹੈਰਾਨ ਹੋ ਕੇ ਇੱਕ ਦੂਜੇ ਨੂੰ ਵੇਖਦੇ ਰਹੇ। ਫਿਰ ਮੈਨੂੰ ਪੁੱਛਣ ਲੱਗੀ, ਨੀਫੇ? ਮੇਰੀ ਮਾਂ? ਤੇ ਬਾਕੀ ਗੱਲ ਉਹਦੇ ਸੰਗ 'ਚ ਹੀ ਫਸ ਗਈ। ਪਹਿਲੋਂ ਮੇਰੇ ਦਿਲ 'ਚ ਆਇਆ ਕਿ ਮੈਂ ਦੱਸ ਦਿਆਂ ਜੋ ਤੇਰੀ ਮਾਂ ਤੇਰੇ ਵਿਛੋੜੇ 'ਚ ਪਾਗਲ ਹੋ ਕੇ ਮਰ ਗਈ। ਫਿਰ ਮੈਂ ਸੋਚ ਕੇ ਉਹਦਾ ਦਿਲ ਵਧੇਰੇ ਟੁੱਟ ਜਾਏਗਾ, ਝੂਠ ਬੋਲਤਾ। ਰਾਜ਼ੀ ਬਾਜ਼ੀ ਏ, ਪਰ ਉਹਦੀ ਨਜ਼ਰ ਜ਼ਰਾ ਕਮਜ਼ੋਰ ਹੋ ਗਈ ਏ। ਲਾਠੀ ਦੇ ਸਹਾਰੇ ਨਾਲ ਟੁਰਦੀ ਏ। ਬਲਜੀਤ ਭੁੱਬਾਂ ਮਾਰ ਕੇ ਰੋਣ ਲੱਗ ਪਈ। ਮਾਂ ਦੀ ਯਾਦ ਬੁੱਕ ਭਰ ਕੇ ਹੰਝੂ ਲਿਆਂਦੀ ਰਹੀ। ਜਸਵੰਤ ਉੱਠ ਕੇ ਬਲਜੀਤ ਕੋਲ ਜਾ ਬੈਠਾ ਤੇ ਦਿਲਾਸਾ ਦੇਣ ਲੱਗ ਪਿਆ, ਪਰ ਉਹਦੀਆਂ ਅੱਖਾਂ 'ਚ ਵੀ ਅੱਥਰੂ ਆ ਗਏ। ਜਦ ਨੂੰ ਅੰਦਰ ਸੁੱਤਾ ਹੋਇਆ ਬਲਜੀਤ ਦਾ ਸਭ ਤੋਂ ਨਿੱਕਾ ਕਾਕਾ ਜਾਗ ਪਿਆ ਤੇ ਰੋਂਦਾ ਹੋਇਆ ਬਲਜੀਤ ਦੀ ਗੋਦ ਵਿੱਚ ਆ ਬੈਠਾ। ਮੁੰਡੇ ਨੂੰ ਚੁੱਪ ਕਰਾਉਣ ਦੀ ਥਾਂ ਆਪਣੇ ਅੱਥਰੂ ਦੁਪੱਟੇ ਨਾਲ ਕੁੰਝ ਕੇ ਪੂੰਝਣ ਲੱਗੀ। ਮੇਰੀ ਅੱਬੇ ਨੂੰ ਉਸ ਵੇਲੇ ਬੁਖਾਰ ਆਉਂਦਾ ਸੀ। ਹੁਣ ਕੀ ਹਾਲ ਹੈ? ਠੀਕ ਹੈ, ਮੈਂ ਝੂਠ ਬੋਲ ਦਿੱਤਾ ਤੇ ਇਹਨਾਂ ਦੱਸਿਆ ਕਿ ਉਹ ਤੇ ਤੈਨੂੰ ਭਾਲਦਾ ਰੱਬ ਨੂੰ ਪਿਆਰਾ ਹੋ ਗਿਆ। ਤੇ ਮੇਰਾ ਭਰਾ ਸਫੀ, ਉਹ ਵਿਆਹਿਆ ਵਰਜਿਆ ਏ। ਮੈਂ ਦੱਸਿਆ ਉਹਦੇ 3 ਪੁੱਤਰ ਨੇ ਤੇ 2 ਕਾਕੀਆਂ, ਤੇ ਤੇਰੀ ਨਿੱਕੀ ਭੈਣ ਤਾਬੀ, ਉਹਦੀ ਪਾਕਿਸਤਾਨ ਜਾਂਦਿਆਂ ਰਾਹ 'ਚ ਮੌਤ ਹੋ ਗਈ ਸੀ। ਇਹ ਸੁਣ ਕੇ ਬਲਜੀਤ ਪਾਗਲਾਂ ਵਾਂਗਰ ਮੂੰਹ 'ਚ ਦੁਪੱਟਾ ਲੈ ਕੇ ਰੋਣ ਲੱਗ ਪਈ। ਜਦ ਨੂੰ ਬਲਜੀਤ ਦੇ ਘਰ ਵਾਲਾ ਬਲਵੰਤ ਸਿੰਘ ਆ ਗਿਆ, ਜਸਵੰਤ ਨੇ ਜਾਣਕਾਰੀ ਕਰਾਈ ਤੇ ਉਹ ਗੁਲਵੱਕੜੀ ਪਾ ਕੇ ਮਿਲਿਆ। ਬਹੁਤ ਖੁਸ਼ ਮਿਜਾਜ਼, ਚਿੱਟਾ ਗੋਰਾ ਰੰਗ। ਮੈਨੂੰ ਦੱਸਣ ਲੱਗ ਪਿਆ, ਬਲਜੀਤ ਜੀਜਾ ਨੂੰ ਬਟਵਾਰੇ 'ਚ ਕੁੜੀਆਂ ਦੇ ਹੋਸਟਲ 'ਚੋਂ ਗੁੰਡਿਆਂ ਨੇ ਚੁੱਕ ਲਿਆ। ਪਿੰਡੋਂ ਪਿੰਡ ਲਈ ਫਿਰਦੇ ਰਹੇ। ਇੱਕ ਵਾਰੀ ਇਹਨੇ ਨੱਸਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਗੋਲੀ ਮਾਰ ਦਿੱਤੀ। ਇਹਦੇ ਨਾਲ ਜਿਨਸੀ ਤਸ਼ੱਦਦ ਕੀਤਾ ਤੇ ਇਹ ਜ਼ਖਮੀ ਹੋ ਗਈ। ਕਿਸੇ ਰਹਿਮਦਿਲ ਬੰਦੇ ਨੇ ਇਹਨੂੰ ਹਸਪਤਾਲ ਦਾਖਲ ਕਰਵਾ ਦਿੱਤਾ। ਇਹਨਾਂ ਦਿਨਾਂ 'ਚ ਮੇਰੀ ਪਤਨੀ ਪ੍ਰਭਜੋਤ TB ਦੇ ਰੋਗ ਪਾਰੋਂ ਹਸਪਤਾਲ ਦਾਖਲ ਸੀ। ਇਹਨੂੰ ਰੋਟੀ ਪਾਣੀ ਦੇਣ ਵਾਲਾ ਕੋਈ ਨਹੀਂ ਸੀ। ਡਾਕਟਰ ਦਵਾ ਦੇ ਕੇ ਚਲੇ ਜਾਂਦੇ। ਮੇਰੀ ਪਤਨੀ ਨੂੰ ਬਹੁਤ ਤਰਸ ਆਇਆ ਤੇ ਆਖਣ ਲੱਗੀ, ਇਸ ਵਿਚਾਰੀ ਦਾ ਕੋਈ ਨਹੀਂ, ਇਹਨੂੰ ਰੋਟੀ ਪਾਣੀ ਦੇ ਦਿਆ ਕਰੋ। ਮੈਂ ਘਰੋਂ ਰੋਟੀ ਲਿਆ ਕੇ ਦੇਣ ਲੱਗ ਪਿਆ। ਕਦੇ ਬਾਜ਼ਾਰੋਂ ਦਵਾ ਵੀ ਲਿਆ ਕੇ ਦੇ ਦਿੰਦਾ। ਇੰਜ ਬਲਜੀਤ ਦਾ ਮੇਰੇ ਉੱਪਰ ਅਤਮਾਦ ਵੱਜ ਗਿਆ। ਉਹ ਤੇ ਹੌਲੀ ਠੀਕ ਹੁੰਦੀ ਗਈ, ਪਰ ਪ੍ਰਭਜੋਤ ਦੀ ਹਾਲਤ ਖਰਾਬ ਹੁੰਦੀ ਚਲੀ ਗਈ। ਬਲਵੰਤ ਸਿੰਘ ਹੌਕਾ ਭਰਿਆ ਤੇ ਫਿਰ ਬੋਲਣ ਲੱਗ ਪਿਆ। ਫਿਰ ਇੱਕ ਦਿਨ ਪ੍ਰਭਜੋਤ ਮੈਨੂੰ ਛੱਡ ਗਈ। ਕਿਰਿਆ ਕਰਮ ਮਗਰੋਂ ਮੈਨੂੰ ਇੱਕ ਦਿਨ ਬਲਜੀਤ ਦਾ ਖਿਆਲ ਆਇਆ। ਤਰਸ ਖਾ ਕੇ ਹਸਪਤਾਲ ਟੁਰ ਗਿਆ। ਡਾਕਟਰਾਂ ਨੇ ਮੈਨੂੰ ਆਖਿਆ ਕਿ ਮਰੀਜ਼ਾ ਠੀਕ ਹੋ ਗਈ, ਇਹਨੂੰ ਲੈ ਜਾਓ। ਪਰ ਮੈਂ ਕਿੱਥੇ ਲੈ ਜਾਂਦਾ? ਇਹ ਮੁਸਲਮਾਨ, ਮੈਂ ਸਿੱਖ। ਮੈਂ ਇਹਨੂੰ ਆਖਿਆ ਕਿ ਤੂੰ ਪਾਕਿਸਤਾਨ ਆਪਣੇ ਮਾਪਿਓ ਕੋਲ ਚਲੀ ਜਾ। ਕਹਿਣ ਲੱਗੀ, ਮੈਨੂੰ ਛੱਡ ਆਓ, ਬਾਹਰ ਬੰਦਿਆਂ ਕੋਲੋਂ ਮੈਨੂੰ ਡਰ ਆਉਂਦਾ ਹੈ। ਮੇਰੇ ਭਾਈਆ ਜੀ ਖੁਦ ਲਾਹੌਰ ਗਏ, ਲਾਇਲਪੁਰ ਗਏ, ਪਿੰਡੀ ਗਏ, ਸਿਆਲਕੋਟ ਗਏ, ਸਾਰੇ ਮਹਾਜਰ ਕੈਂਪ ਵੇਖੇ, ਪਰ ਇਹਦੇ ਮਾਪਿਓ ਦਾ ਕੁਝ ਵੀ ਪਤਾ ਨਾ ਚੱਲਿਆ। ਬਾਰ-ਬਾਰ ਇਹੋ ਕਹਿੰਦੀ, ਮੈਨੂੰ ਬੰਦਿਆਂ ਕੋਲੋਂ ਡਰ ਲੱਗਦਾ ਹੈ। ਫਿਰ ਮਹਾਰਾਜ ਦੱਸੋ ਅਸੀਂ ਕੀ ਕਰ ਸਕਦੇ ਸਾਂ? ਜਾਨੋਂ ਤੇ ਮਾਰਨੋਂ ਰਹੇ। ਭਾਈਏ ਨੇ ਇਹਦੇ ਨਾਲ ਮੇਰਾ ਵਿਆਹ ਕਰ ਦਿੱਤਾ। ਜੇ ਮੈਂ ਵਿਆਹ ਨਾ ਕਰਦਾ ਤੇ ਬਾਹਰ ਧੱਕਾ ਦੇ ਦਿੰਦਾ। ਖੌਰੇ ਕੀ ਕਰਦੀ ਵਿਚਾਰੀ। ਹੁਣ ਜੇ ਆਪਣੇ ਮਾਪਿਓ ਨੂੰ ਮਿਲਣ ਜਾਣਾ ਚਾਹੁੰਦੀ ਏ ਤੇ ਲੈ ਜਾ ਨਾਲ। ਮੇਰੇ ਵੱਲੋਂ ਇਜਾਜ਼ਤ ਏ। ਬਲਜੀਤ ਦੇ ਚਿਹਰੇ ਤੇ ਖੁਸ਼ੀਆਂ ਦੇ ਮੋਤੀ ਖਿਲਰ ਗਏ। ਇਹਦਾ ਪਾਸਪੋਰਟ ਬਣਿਆ ਪਿਆ ਹੈ ਤੇ ਵੀਜ਼ਾ ਇਹਦਾ ਦਿਓਰ ਲਗਵਾ ਦੇਗਾ, ਬਲਵੰਤ ਨੇ ਮਸ਼ਵਰਾ ਦਿੱਤਾ। ਇਸੇ ਦੌਰਾਨ ਬਲਜੀਤ ਦੇ ਪੜਿਆਰ ਬੱਚੇ ਵੀ ਆ ਗਏ। ਕੁੱਛੜ ਚੁੱਕਿਆ ਕਾਕਾ ਰੋਣ ਲੱਗ ਪਿਆ। ਉਹਨੇ ਪਿਆਰ ਭਰੀਆਂ ਨਜ਼ਰਾਂ ਨਾਲ ਬੱਚਿਆਂ ਨੂੰ ਵੇਖਿਆ ਤੇ ਅੱਖਾਂ 'ਚ ਹੜ ਆ ਗਏ। ਮੈਂ ਪੁੱਛਿਆ, ਬੱਚੇ ਨਾਲ ਜਾਣਗੇ? ਲੈ ਜਾਵੇ, ਮੈਨੂੰ ਕੀ ਇਤਰਾਜ਼? ਬਲਵੰਤ ਬੋਲਿਆ। ਅਖੀਰ ਮੁੜੀ ਆਣਾ ਹੈ, ਮੈਂ ਬਲਜੀਤ ਨੂੰ ਆਖਿਆ। ਚੱਲ ਤਿਆਰ ਹੋ, ਬਲਵੰਤ ਬੋਲਿਆ। ਮੇਰੇ ਵੱਲੋਂ ਇਜਾਜ਼ਤ ਹੈ। ਜਸਵੰਤ ਪਰਸੋਂ ਤੈਨੂੰ ਵਾਘੇ ਛੱਡ ਆਏਗਾ। ਅਸੀਂ ਤੈਅ ਕਰਕੇ ਵਾਪਸ ਆ ਗਏ। ਸੋਚਾਂ ਦੇ ਸਮੁੰਦਰ ਕਦੇ ਮੈਨੂੰ ਕਿਨਾਰੇ ਤੋਂ ਦੂਰ ਲੈ ਜਾਂਦਾ, ਕਦੇ ਕੰਢੇ ਆ ਲਾਉਂਦਾ। ਤੇ ਜਦੋਂ ਜੀਜਾ ਨੂੰ ਇਹ ਪਤਾ ਚੱਲੇਗਾ ਕਿ ਉਹਦੇ ਮਾਪਿਓ ਸਭ ਮਰ ਗਏ ਨੇ ਤੇ ਮੈਂ ਝੂਠ ਬੋਲਿਆ ਤਾਂ ਕੀ ਆਖੇਗੀ? ਪਾਕਿਸਤਾਨੀ ਮੁਸਲਮਾਨ ਸਿੱਖ ਨਾਲ ਵਿਆਹ ਕਰਨ ਦੇ ਤਾਨੇ ਦੇਣਗੇ। ਉਹ ਕਿਵੇਂ ਬਰਦਾਸ਼ਤ ਕਰੇਗੀ? ਮੈਂ 2 ਦਿਨ 2 ਰਾਤਾਂ ਸੋਚਾਂ 'ਚ ਸੂਲੀ ਤੇ ਟੰਗਿਆ ਗਿਆ। ਚੌਥੇ ਦਿਨ ਮੈਂ ਵਾਘਾ ਬਾਰਡਰ ਉੱਪਰ ਖੜਾ ਸੀ ਜਦ ਨੂੰ ਜਸਵੰਤ ਆ ਗਿਆ। ਉਹਦੇ ਪਿੱਛੇ ਕਈ ਔਰਤਾਂ ਤੇ ਬੱਚੇ ਸਨ। ਮੈਂ ਜਸਵੰਤ ਨੂੰ ਸੁਭਾਵਕ ਪੁੱਛਿਆ, ਆ ਗਿਆ ਜਸਵੰਤ? ਉਹ ਬੋਲਿਆ, ਹਾਂ, ਮੈਂ ਤੇਰੇ ਲਈ ਅਖਬਾਰ ਵੀ ਲੈ ਕੇ ਆਇਆ।
ਰਾਹ 'ਚ ਪੜ੍ਹੀ। ਇੱਕ ਖਬਰ ਤੇ ਨਿਸ਼ਾਨ ਲੱਗਾ ਹੋਇਆ ਸੀ, ਜਗਤ ਪ੍ਰਸਿੱਧ ਕਹਾਣੀਕਾਰ ਬਲਜੀਤ ਕੌਰ ਰਾਤੀ ਹਾਰਟ ਅਟੈਕ ਭਾਰੋਂ ਸੁਰਗਵਾਸ ਹੋ ਗਈ। ਇਹ ਪੜ੍ਹ ਕੇ ਮੈਨੂੰ ਇੰਝ ਲੱਗਾ ਜਿਵੇਂ ਇੱਕ ਵਾਰ ਫੇਰ ਬਟਵਾਰਾ ਹੋ ਗਿਆ ਹੋਵੇ। ਵੇਖਦਿਆਂ ਹੀ ਸਾਡੇ ਹੰਸ ਉੱਡ ਗਏ ਪੰਜਾਬ ਦੇ। ਸਾਧੂ ਦਇਆ ਸਿੰਘ ਆਰ। ਧੰਨਵਾਦ।